ਦੋਸਤੋ ਪਟਵਾਰੀ ਤੇ ਹੋਰ ਸਰਕਾਰੀ ਨੌਕਰੀਆਂ ਦੇ ਲਈ ਜਿਹੜੇ ਐਗਜ਼ਾਮ ਨੇ ਉਹਨਾਂ ਦੇ ਲਈ ਕੰਪਿਊਟਰ ਦਾ ਜਿਹੜਾ ਪੇਪਰ ਹੈ ਬਹੁਤ ਕੰਪਲਸਰੀ ਹੈ ਔਰ ਬਹੁਤ ਸਾਰੇ ਸਵਾਲ ਕੰਪਿਊਟਰ ਦੇ ਵਿੱਚੋਂ ਪੁੱਛੇ ਜਾਂਦੇ ਨੇ। ਤੁਹਾਡੇ ਕੋਲੋਂ ਵੀ 15 ਸਵਾਲ ਪੁੱਛੇ ਜਾਣਗੇ। ਉਹਦੀ ਤਿਆਰੀ ਦੇ ਲਈ ਲਗਾਤਾਰ ਲਾਈਵ ਲੈਕਚਰ ਲਗਾ ਰਹੇ ਹਾਂ ਔਰ ਹੁਣ ਅਸੀਂ ਇੱਕ MCQ ਦਾ ਸਿਲਸਿਲਾ ਸ਼ੁਰੂ ਕੀਤਾ ਸੀ। ਅੱਜ ਅਸੀਂ 10ਵੀਂ ਕੜੀ ਦੇ ਵਿੱਚ ਪਹੁੰਚ ਚੁੱਕੇ ਹਾਂ। ਇਸ 10ਵੀਂ ਕੜੀ ਤੋਂ ਬਾਅਦ ਦੋਸਤੋ ਮੈਂ ਤੁਹਾਨੂੰ ਪੁਰਾਣੇ ਜਿਹੜੇ ਪੇਪਰ ਨੇ 2016 ਦਾ ਪਟਵਾਰੀ ਐਗਜ਼ਾਮ ਸੀ ਉਹਦੇ ਜਿਹੜਾ ਪੇਪਰ ਆਇਆ ਸੀਗਾ ਉਹਨੂੰ ਸੋਲਵ ਕਰਕੇ ਅਗਲੀ ਕੜੀ ਦੇ ਵਿੱਚ ਤੁਹਾਡੇ ਸਾਹਮਣੇ ਲਿਆਵਾਂਗਾ, ਤੁਹਾਨੂੰ ਸੋਲਵ ਕਰਕੇ ਸਮਝਾਵਾਂਗਾ। ਔਰ ਦੂਸਰੀ ਗੱਲ ਇਹ ਹੈ ਕਿ ਬਹੁਤ ਸਾਰੇ ਵਿਦਿਆਰਥੀ ਜਿਨ੍ਹਾਂ ਨੇ ਹਾਰਡ ਕਾਪੀ ਦੇ ਵਿੱਚ ਮੇਰੇ ਨੋਟਸ ਨਹੀਂ ਪ੍ਰਾਪਤ ਕੀਤੇ ਉਹਨਾਂ ਦੇ ਲਈ ਇੱਕ ਖੁਸ਼ਖਬਰੀ ਹੈ ਕਿ ਉਹ ਨੋਟਸ ਹੁਣ ਡਿਜੀਟਲ ਫਾਰਮ ਦੇ ਵਿੱਚ PDF ਫਾਰਮ ਦੇ ਵਿੱਚ ਫਲਿੱਪ ਬੁੱਕ ਦੀ ਰੂਪ ਦੇ ਵਿੱਚ ਵੀ ਤੁਹਾਡੇ ਕੋਲ ਉਪਲਬਧ ਹੋ ਜਾਣਗੇ। ਉਹਦਾ ਲਿੰਕ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ। ਵਧੇਰੇ ਜਾਣਕਾਰੀ ਦੇ ਲਈ ਤੁਸੀਂ ਕੰਪਿਊਟਰ ਐਗਜ਼ਾਮਸ ਨਾਂ ਦਾ ਟੈਲੀਗ੍ਰਾਮ ਜਿਹੜਾ ਹੈ ਉਹ ਗਰੁੱਪ ਉਹਦੇ ਵਿੱਚ ਐਡ ਹੋ ਸਕਦੇ ਹੋ। ਉਹਦੀ ਜਾਣਕਾਰੀ ਵੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੀ ਹੋਈ ਹੈ। ਸੋ ਪਹਿਲਾ ਸਵਾਲ ਹੈ ਜੀ, ਪਹਿਲਾ ਸਵਾਲ ਕਹਿੰਦਾ ਹੈ ਵਾਟ ਇਜ਼ ਦਾ ਹੈਕਸਾਡੈਸੀਮਲ ਇਕੁਅਲੈਂਟ ਆਫ ਬਾਈਨਰੀ ਨੰਬਰ। ਸਾਡੇ ਕੋਲ ਬਾਈਨਰੀ ਨੰਬਰ ਦਿੱਤਾ ਹੋਇਆ, ਉਹਦਾ ਹੈਕਸਾਡੈਸੀਮਲ ਇਕੁਅਲੈਂਟ ਅਸੀਂ ਕੱਢਣਾ ਹੈ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਬਾਈਨਰੀ ਨੂੰ ਜਦੋਂ ਹੈਕਸਾਡੈਸੀਮਲ ਦੇ ਵਿੱਚ ਕਨਵਰਟ ਕਰਨਾ ਹੈ ਤੇ ਅਸੀਂ 4 ਦਾ ਗਰੁੱਪ ਬਣਾ ਲੈਣਾ ਹੈ। ਸਾਡੇ ਕੋਲ ਡੈਸੀਮਲ ਸਾਡੇ ਕੋਲ ਬਾਈਨਰੀ ਨੰਬਰ ਹੈ 101101। ਸੋ 4 ਦਾ ਗਰੁੱਪ ਬਣਾ ਲਿਆ। ਅੱਗੇ ਫਿਰ ਅਸੀਂ 4 ਦਾ ਗਰੁੱਪ ਬਣਾਵਾਂਗੇ, 2 ਜ਼ੀਰੋ ਆਪਣੇ ਕੋਲ ਲਗਾ ਲਾਂਗੇ। ਹੁਣ ਇਸ 4 ਦੇ ਗਰੁੱਪ ਨੂੰ ਡੈਸੀਮਲ ਇਕੁਅਲੈਂਟ ਦੇ ਵਿੱਚ ਦੇਖਣ ਦੇ ਲਈ ਇਸ ਟੇਬਲ ਦਾ ਇਸਤੇਮਾਲ ਕਰਾਂਗੇ 1101। ਸੋ 1101 ਸੋ ਇਹਦਾ ਮਤਲਬ 13 ਹੈ ਔਰ ਅੱਗੇ ਸਾਡੇ ਕੋਲ 0010 ਹੈ 0010 ਸੋ ਇਹਦਾ ਮਤਲਬ 2 ਹੈ। 2 ਨੂੰ ਤਾਂ ਅਸੀਂ ਐਜ਼ ਇਟ ਇਜ਼ ਲਿਖ ਲਾਂਗੇ। 13 ਦਾ ਮਤਲਬ ਸਾਡੇ ਕੋਲ ਹੈਕਸਾਡੈਸੀਮਲ ਦੇ ਵਿੱਚ ਕੀ ਹੋਏਗਾ। ਸੋ ਬੜੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਹੈਕਸਾਡੈਸੀਮਲ ਦੇ ਵਿੱਚ A ਨੂੰ ਅਸੀਂ 10 ਕਹਿੰਦੇ ਹਾਂ, B ਨੂੰ ਅਸੀਂ 11 ਕਹਿੰਦੇ ਹਾਂ, C ਨੂੰ 12 ਕਹਿੰਦੇ ਹਾਂ, D ਨੂੰ ਅਸੀਂ 13 ਕਹਿੰਦੇ ਹਾਂ। ਇਟ ਮੀਨਸ 13 ਦੀ ਥਾਂ 'ਤੇ ਅਸੀਂ D ਲਿਖ ਸਕਦੇ ਹਾਂ ਅਤੇ ਸਾਡੇ ਕੋਲ ਸਹੀ ਜਵਾਬ ਹੋਏਗਾ 2D। 2D ਦਾ ਮਤਲਬ ਹੈ B ਆਨਸਰ। B ਆਨਸਰ ਇਜ਼ ਕਰੈਕਟ ਆਨਸਰ। ਸੋ ਸਵਾਲ ਨੰਬਰ 2 'ਤੇ ਪਹੁੰਚਦੇ ਹਾਂ ਅਸੀਂ। ਸੈਕਿੰਡ ਕੁਐਸਚਨ ਹੈ ਪੋਸਟ ਸਟੈਂਡਸ ਫਾਰ। ਪੋਸਟ ਮੀਨਸ ਪੋਸਟ ਦਾ ਮਤਲਬ ਕੀ ਹੈ। ਦੇਖੋ ਉਸ ਦੇ ਲਈ ਇਸ ਡਾਇਗਰਾਮ ਨੂੰ ਧਿਆਨ ਦੇ ਨਾਲ ਦੇਖੋ। ਅਸੀਂ ਜਦੋਂ ਵੀ ਆਪਣੇ ਕੰਪਿਊਟਰ ਦੇ CPU ਦੀ ਪਾਵਰ ਨੂੰ ਔਨ ਕਰਦੇ ਹਾਂ ਕੀ ਹੁੰਦਾ ਹੈ, ਰੀਡਸ ਫਸਟ ਇੰਸਟਰਕਸ਼ਨ ਫਰੋਮ ਰੋਮ। ਸੋ ਸਾਡਾ ਕੰਪਿਊਟਰ ਸਭ ਤੋਂ ਪਹਿਲਾਂ ਰੋਮ ਦੇ ਵਿੱਚ ਜਿਹੜੀ ਰੀਡ ਓਨਲੀ ਮੈਮਰੀ ਹੈ, ਜਿਹੜਾ ਕਿ ਫਰਮਵੇਅਰ ਹੈ, ਉਹਦੇ ਵਿੱਚ ਜਿਹੜਾ ਬੂਟ ਸਟਰੈਪ ਲੋਡਰ ਹੈ ਉਸ ਦੀਆਂ ਇੰਸਟਰਕਸ਼ਨ ਨੂੰ ਰੀਡ ਕਰਦਾ ਅਤੇ ਫਿਰ ਕਰਦਾ ਹੈ ਪੋਸਟ ਟੈਸਟ, ਜਿਹਨੂੰ ਕਹਿੰਦੇ ਆ ਪਾਵਰ ਔਨ ਸੈਲਫ ਟੈਸਟ। ਸੋ ਪਾਵਰ ਔਨ ਸੈਲਫ ਟੈਸਟ ਕੀ ਹੁੰਦਾ ਹੈ ਕਿ ਕੰਪਿਊਟਰ ਚਾਲੂ ਹੋਣ ਸਮੇਂ ਕੰਪਿਊਟਰ ਆਪਣੇ ਨਾਲ ਜੁੜੇ ਸਾਰੇ ਪਾਰਟਸ ਨੂੰ ਟੈਸਟ ਕਰਦਾ ਹੈ। ਸੋ ਸੈਲਫ ਟੈਸਟ ਕਰਦਾ ਹੈ ਕਿ ਮੋਨੀਟਰ ਜੁੜਿਆ ਹੈ, ਕੀਬੋਰਡ ਜੁੜਿਆ ਹੈ, ਮਾਊਸ ਜੁੜਿਆ ਹੈ ਕਿ ਨਹੀਂ। ਸੋ ਉਸ ਆਪਣੇ ਆਪ ਦੀ ਜਿਹੜੀ ਟੈਸਟਿੰਗ ਕਰਦਾ ਹੈ ਕੰਪਿਊਟਰ ਨੂੰ ਅਸੀਂ ਪੋਸਟ ਕਹਿੰਦੇ ਹਾਂ, ਯਾਨੀ ਕਿ ਪਾਵਰ ਔਨ ਸੈਲਫ ਟੈਸਟ ਕਰਦੇ ਹਾਂ। ਫਿਰ ਬੂਟਿੰਗ ਅਪ ਹੁੰਦਾ ਸਾਡਾ ਸਿਸਟਮ। ਫਾਈਲਾਂ ਵਿੰਡੋ ਦੇ ਵਿੱਚ ਜਿਹੜੀਆਂ ਪਈਆਂ ਨੇ, ਵਿੰਡੋ ਦੀ ਫਾਈਲਾਂ ਜੋ ਹਾਰਡ ਡਿਸਕ 'ਚ ਪਈਆਂ ਨੇ 1 ਬਾਏ 1 ਰੈਮ ਦੇ ਉੱਤੇ ਚੜ੍ਹਦੀਆਂ ਨੇ। ਸੋ ਸਾਡੇ ਕੋਲ ਕਰੈਕਟ ਆਨਸਰ ਹੈ ਪਾਵਰ ਔਨ ਸੈਲਫ ਟੈਸਟ। B ਇਜ਼ ਕਰੈਕਟ ਆਨਸਰ। ਸਵਾਲ ਨੰਬਰ 3 ਸਮ ਆਫ ਬਾਈਨਰੀ ਡਿਜਿਟਸ 111101 ਐਂਡ 100101। ਸੋ ਇਹਨਾਂ ਦਾ ਅਸੀਂ ਜੋੜ ਕਰਨਾ ਹੈ। ਸੋ ਤੁਹਾਨੂੰ ਪਤਾ ਹੈ ਕਿ ਆਮ ਜੋੜ ਦੀ ਤਰ੍ਹਾਂ ਨਹੀਂ ਹੈ। ਇਹਦੇ ਵਿੱਚ ਜਦੋਂ ਅਸੀਂ ਜੋੜ ਕਰਨਾ ਹੈ ਤਾਂ ਪਹਿਲਾਂ ਤਾਂ ਪੁਰਾਣੇ ਤਰੀਕੇ ਦੇ ਰਾਹੀਂ ਜਿਵੇਂ ਡੈਸੀਮਲ ਦਾ ਜੋੜ ਕਰਦੇ ਹਾਂ, ਹੇਠ ਉੱਤੇ ਰਕਮਾਂ ਨੂੰ ਅਸੀਂ ਰੱਖ ਲੈਂਦੇ ਹਾਂ। ਸੋ ਇੱਥੇ ਅਸੀਂ ਰਕਮਾਂ ਨੂੰ ਉੱਪਰ ਥੱਲੇ ਰੱਖ ਲਿਆ ਔਰ ਇਹਦਾ ਕਰ ਦਿੱਤਾ ਅਸੀਂ ਜੋੜ। ਔਰ ਦੇਖਣਾ ਹੈ 1 ਅਤੇ 1 ਸਾਡੇ ਕੋਲ 2 ਨਹੀਂ ਹੁੰਦਾ ਕਿਉਂਕਿ ਬਾਈਨਰੀ ਦੇ ਵਿੱਚ 0 ਅਤੇ 1 ਤੋਂ ਬਾਅਦ 10 ਆ ਜਾਂਦਾ ਹੈ, ਕਿਉਂਕਿ 1 2 3 ਤੋਂ 10 ਤੋਂ ਬਾਅਦ ਸਾਡੇ ਕੋਲ 1 ਆ ਜਾਂਦਾ। ਸੋ ਇਹ ਚੌਥਾ ਹੈ। ਸੋ 1 ਅਤੇ 1 ਯਾਨੀ ਕਿ 1 ਅਤੇ 1 ਜਿਹੜਾ 2 ਹੈ, 2 ਦੇ ਇਕੁਅਲੈਂਟ ਕੀ ਹੋ ਜਾਏਗਾ ਸਾਡੇ ਕੋਲ। ਤੁਸੀਂ ਧਿਆਨ ਦੇ ਨਾਲ ਇਸ ਨੂੰ ਦੇਖ ਰਹੇ ਹੋ ਤਾਂ 1 + 1 ਸਾਡੇ ਕੋਲ ਹੋ ਜਾਏਗਾ 10। ਸੋ ਇੱਥੇ 0 ਲਗਾਵਾਂਗੇ, 1 ਉੱਪਰ ਕੈਰੀ ਚਲਾ ਜਾਏਗਾ। ਸੋ ਇੱਥੇ ਕੈਰੀ ਦੇ ਵਿੱਚ 0 ਪਲੱਸ ਕੀਤੀ, ਫਿਰ 0 ਪਲੱਸ ਕੀਤੀ, ਇਹ 1 ਹੀ ਰਿਹਾ।
ਇੱਥੇ ਫਿਰ 1 ਤੇ 1 ਬਣ ਗਿਆ 10, 10 ਦੀ 0 ਲੱਗ ਗਈ, 1 ਉੱਪਰ ਕੈਰੀ ਚਲ ਗਿਆ, ਫਿਰ 1 ਤੇ 1 ਹੋ ਗਿਆ 10, 1 ਉੱਪਰ ਕੈਰੀ ਚਲ ਗਿਆ, 1 ਤੇ 1 ਹੋ ਗਿਆ 10, 1 ਉੱਪਰ ਕੈਰੀ ਚਲ ਗਿਆ। ਤੁਸੀਂ ਦੇਖੋ ਹੁਣ ਸਾਡੇ ਕੋਲ 3 1 ਨੇ, 3 1 ਹੈਗੇ ਨੇ, ਇਹਦਾ ਮਤਲਬ ਹੈ ਸਾਡੇ ਕੋਲੇ ਕਿ 3 ਦਾ ਇਕੁਅਲੈਂਟ ਦੇਖਣਾ। ਇੱਥੇ ਸਾਡੇ ਕੋਲ ਸੀਰੀਜ਼ ਨੂੰ ਸਹੀ ਕਰ ਲਓ 1 2 3, ਸੋ 1 1 1, ਸੋ ਇਹਦਾ ਮਤਲਬ 3 ਦਾ ਇਕੁਅਲੈਂਟ ਕੀ ਹੋਏਗਾ 1 1। ਸੋ ਇਹਦੇ ਵਿੱਚ ਤੁਸੀਂ ਆਨਸਰ ਦੇਖ ਸਕਦੇ ਹੋ, ਡੀ ਇਜ਼ ਕਰੈਕਟ ਆਨਸਰ 1 1 000 1 0। ਸੋ ਇਸ ਤਰੀਕੇ ਦੇ ਨਾਲ ਤੁਸੀਂ ਕੋਈ ਵੀ ਬਾਈਨਰੀ ਡਿਜਿਟਸ ਆਉਂਦੀਆਂ ਉਹਨਾਂ ਦਾ ਸਮ ਕੱਢ ਸਕਦੇ ਹੋ। ਨੈਕਸਟ ਕੁਐਸਚਨ, ਮੋਡਿਊਲਸ ਆਰ। ਦੋਸਤੋ ਮੋਡਿਊਲ ਕੀ ਹੁੰਦੇ ਨੇ ਪੰਜਾਬੀ ਦੇ ਵਿੱਚ? ਜੇ ਸਿੰਪਲ ਭਾਸ਼ਾ ਦੇ ਦੇਖੀਏ ਤਾਂ ਕੁਛ ਚੀਜ਼ਾਂ ਦੇ ਅਸੀਂ ਟੁਕੜੇ ਕਰ ਦਿੰਦੇ ਹਾਂ ਤਾਂ ਉਹ ਮੋਡਿਊਲ ਬਣ ਜਾਂਦਾ। ਕੰਪਿਊਟਰ ਦੀ ਭਾਸ਼ਾ 'ਚ ਦੇਖੀਏ ਤਾਂ ਬਹੁਤ ਸਾਰੀਆਂ ਕਮਾਂਡਾਂ ਨੂੰ ਉਹਨਾਂ ਦਾ ਗਰੁੱਪ ਬਣਾ ਕੇ ਅਸੀਂ ਰੱਖ ਦਈਏ ਤਾਂ ਉਹ ਬਣ ਜਾਂਦਾ ਸਾਡੇ ਕੋਲ ਮੋਡਿਊਲ। ਸੋ ਜੇ ਇਸੇ ਤਰ੍ਹਾਂ ਕਿਸੇ ਪ੍ਰੋਗਰਾਮ ਦੀਆਂ ਇੰਸਟਰਕਸ਼ਨਸ ਨੇ ਉਹਨਾਂ ਨੂੰ ਅਲੱਗ-ਅਲੱਗ ਅਸੀਂ ਹਿੱਸੇ ਕਰ ਦਈਏ ਤੇ ਉਹ ਵੀ ਮੋਡਿਊਲ ਨੇ। ਸੋ ਇਸ ਕਰਕੇ ਅਸੀਂ ਇੱਕ ਇੱਕ ਇੱਥੇ ਪੜ੍ਹਾਂਗੇ ਸਟੇਟਮੈਂਟ ਔਰ ਦੇਖਾਂਗੇ ਕਿ ਕਿਹੜਾ ਆਨਸਰ ਸਹੀ ਹੈ। A is a group of files, ਬਿਲਕੁਲ ਗਲਤ ਹੈ ਜੀ, ਕਿਉਂਕਿ ਫਾਈਲਾਂ ਨਾਲ ਕੋਈ ਸੰਬੰਧ ਨਹੀਂ ਹੈ। B ਆਪਸ਼ਨ ਹੈ a selection of commands used to automate repetitive task। ਸੋ ਥਰਡ ਆਪਸ਼ਨ ਵੀ ਅਸੀਂ ਪੜ੍ਹ ਲੈਂਦੇ ਹਾਂ, ਪ੍ਰੋਗਰਾਮ ਆਰ ਰਿਟਨ ਇਨ ਹਾਈ ਲੈਵਲ ਲੈਂਗੁਏਜ। ਕਹਿੰਦਾ ਜਿਹੜੇ ਹਾਈ ਲੈਵਲ ਲੈਂਗੁਏਜ ਪ੍ਰੋਗਰਾਮ ਲਿਖੇ ਜਾਂਦੇ ਨੇ ਉਹਨੂੰ ਮੋਡਿਊਲ ਕਹਿੰਦੇ ਨੇ, ਬਿਲਕੁਲ ਨਹੀਂ ਹੈ। ਸੋਰਸ ਟੈਬਸ ਬਿਲਕੁਲ ਨਹੀਂ ਹੈ। ਸੋ B ਆਨਸਰ ਜਿਹੜਾ ਹੈ ਉਹ ਬਿਲਕੁਲ ਸਹੀ ਹੈ। ਇਹਦਾ ਮਤਲਬ ਵੀ ਸਮਝ ਲੈਂਦੇ ਹਾਂ, ਸਿਲੈਕਸ਼ਨ ਆਫ ਕਮਾਂਡਸ। ਸੋ ਕੁਛ ਕਮਾਂਡਸ ਨੂੰ ਜਦੋਂ ਅਸੀਂ ਸਿਲੈਕਟ ਕਰ ਲੈਂਦੇ ਹਾਂ ਅਤੇ ਉਹਨਾਂ ਨੂੰ ਆਟੋਮੈਟਿਕ ਲਗਾਤਾਰ ਰਿਪੀਟ ਹੋਣ ਦੇ ਲਈ ਕੰਮ ਕਰਵਾਉਂਦੇ ਹਾਂ ਤਾਂ ਉਹ ਬਣ ਜਾਂਦਾ ਸਾਡੇ ਕੋਲ ਮੋਡਿਊਲ। ਸੋ ਯਾਦ ਰੱਖਣਾ, ਇਹ ਕੁਐਸਚਨ ਵੀ ਪੇਪਰ ਵਿੱਚ ਐਗਜ਼ਾਮ ਦੇ ਵਿੱਚ ਆ ਚੁੱਕਿਆ ਹੈ। ਜਿੰਨੇ ਵੀ 10 ਦੀ 10 ਲੜੀਆਂ ਹੋ ਗਈਆਂ ਉਹਨਾਂ ਦੇ ਵਿੱਚ ਜਿੰਨੇ ਸਵਾਲ ਪਾਏ ਗਏ ਨੇ ਉਹ ਪਿਛਲੇ ਪੇਪਰਾਂ ਦੇ ਵਿੱਚ, ਸਰਕਾਰੀ ਇਮਤਿਹਾਨਾਂ ਦੇ ਵਿੱਚ, ਨੌਕਰੀਆਂ ਦੇ ਵਿੱਚ ਜਿਹੜੇ ਇਮਤਿਹਾਨ ਹੁੰਦੇ ਨੇ ਉਹਨਾਂ ਦੇ ਵਿੱਚ ਆਏ ਹੋਏ ਨੇ। ਸਵਾਲ ਨੰਬਰ 5, ਵਿਚ ਇਜ਼ ਦਾ BCD ਇਕੁਅਲੈਂਟ ਆਫ ਡੈਸੀਮਲ ਨੰਬਰ। ਸੋ ਦੋਸਤੋ 45 ਜਿਹੜਾ ਡੈਸੀਮਲ ਨੰਬਰ ਹੈ ਇਹਦਾ ਅਸੀਂ BCD ਬਣਾਉਣਾ ਹੈ। BCD ਬਹੁਤ ਸੌਖਾ ਹੈ। 4 ਨੂੰ ਅਲੱਗ ਲਿਖ ਲੈਣਾ, 5 ਨੂੰ ਅਲੱਗ ਲਿਖ ਲੈਣਾ। ਇਹਨੂੰ 4 ਇਕੁਅਲੈਂਟ ਡਿਜਿਟਸ ਦੇ ਵਿੱਚ ਅਸੀਂ ਡਿਵਾਈਡ ਕਰਨਾ ਹੈ। 4 ਡਿਜਿਟ ਬਾਈਨਰੀ ਦੀਆਂ ਲੈ ਕੇ ਇਹਨੂੰ ਲਿਖਣਾ। ਸੋ 4 ਨੂੰ ਕੀ ਕਰਨਾ ਬਾਈਨਰੀ ਦੇ ਵਿੱਚ? ਬਹੁਤ ਸੌਖਾ, ਜਿਵੇਂ ਤੁਹਾਨੂੰ ਆਹ ਟੇਬਲ ਦਿਖਾਇਆ ਸੀ ਮੈਂ, ਇਸ ਟੇਬਲ ਦੇ ਵਿੱਚ ਦੇਖੋ 4 ਨੂੰ ਅਸੀਂ ਕੀ ਕਿਹਾ ਸੀਗਾ। ਦੇਖੋ 4 ਨੂੰ ਰੈਪ੍ਰਜੈਂਟ ਕਰਨ ਦੇ ਲਈ 1 0 0। ਸੋ 1 0 0 ਅਸੀਂ ਇਹਨੂੰ ਲਿਖ ਲੈਂਦੇ ਹਾਂ 4 ਨੂੰ 1 0 0 ਔਰ ਇਹਦੇ ਅੱਗੇ 0 ਆਪਣੇ ਕੋਲੋਂ ਲਗਾ ਲੈਣਾ ਕਿਉਂਕਿ 4 4 ਦਾ ਗਰੁੱਪ ਬਣਾਉਣਾ ਹੈ। ਅਤੇ 5 ਜਿਹੜਾ ਹੋਏਗਾ ਉਹ ਹੋਏਗਾ 1 0 1 ਔਰ ਇਹਦੇ ਅੱਗੇ ਵੀ 0 ਲਗਾ ਲੈਣੀ ਹੈ। ਸੋ ਸਾਡੇ ਕੋਲ ਜਿਹੜਾ ਕਰੈਕਟ ਆਨਸਰ ਹੋਏਗਾ ਉਹ B ਹੋਏਗਾ 1 0 0 0 1 0 1। ਦੇਖੋ ਇਹਨੂੰ ਤੁਸੀਂ ਲਿਖ ਕੇ ਦੇਖੋਗੇ 0 1 0 0 0 1 0 1। ਇਹ ਅੱਗੇ ਵਾਲੀ 0 ਨੂੰ ਅਸੀਂ ਹਟਾ ਸਕਦੇ ਹਾਂ। ਸੋ ਆ ਬਾਕੀ ਸਾਡੇ ਕੋਲ ਆਨਸਰ ਆ ਗਿਆ। ਸੋ ਅੱਗੇ ਆ ਗਿਆ ਸਾਡੇ ਕੋਲ ਸਵਾਲ ਨੰਬਰ 6, ਵਿਚ ਕਮਾਂਡ ਇਜ਼ ਯੂਜ਼ਡ ਫਾਰ ਸੌਰਟਿੰਗ। ਸੌਰਟ ਦਾ ਮਤਲਬ ਕਿ ਅਸੀਂ ਅੰਕਾਂ ਨੂੰ ਜਾਂ ਸ਼ਬਦਾਂ ਨੂੰ ਕ੍ਰਮ ਦੇ ਵਿੱਚ ਲਗਾਉਣਾ ਹੈ, A ਤੋਂ ਬਾਅਦ B। ਸੋ ਇਹਨੂੰ ਅਸੀਂ ਕਹਿੰਦੇ ਹਾਂ ਅਸੈਂਡਿੰਗ ਆਰਡਰ। ਅਸੈਂਡਿੰਗ ਜਦੋਂ ਅਸੀਂ ਉਲਟ ਲਗਾਉਣਾ ਹੋਵੇ, Z ਉੱਪਰ ਹੈ, Y ਹੈ, ਫਿਰ X ਹੈ, ਇਹਨੂੰ ਅਸੀਂ ਕਹਿੰਦੇ ਹਾਂ ਡਿਸੈਂਡਿੰਗ। ਸੋ ਡਿਸੈਂਡਿੰਗ ਆਰਡਰ ਦੇ ਵਿੱਚ ਲਗਾਉਣ ਦੇ ਲਈ ਇਸ ਤਰ੍ਹਾਂ ਅਸੀਂ ਡਿਸੈਂਡਿੰਗ ਵਾਸਤੇ ਕਮਾਂਡ ਲੈਂਦੇ ਹਾਂ। ਪਰ ਸੌਰਟ ਕਰਨ ਦਾ ਮਤਲਬ ਤੁਸੀਂ ਸਮਝ ਗਏ ਹੋਣਗੇ ਕਿ ਕਿਸੇ ਵੀ ਅੰਕਾਂ ਨੂੰ ਤਰਤੀਬ ਦੇ ਵਿੱਚ ਦੇਣਾ। ਔਰ ਤਰਤੀਬ ਕਿਸ ਤਰ੍ਹਾਂ ਦੀ ਦੇਣੀ? ਜਾਂ ਤਾਂ ਡਿਕਸ਼ਨਰੀ ਵਾਲੀ ਤਰਤੀਬ A ਤੋਂ B ਵਾਲੀ, ਜਾਂ ਉਲਟ ਦਿਸ਼ਾ ਦੇ ਵਿੱਚ ਦੇਣੀ। ਉਹਨੂੰ ਅਸੀਂ ਕ੍ਰਮਵਾਰ ਅਸੈਂਡਿੰਗ ਆਰਡਰ ਅਤੇ ਡਿਸੈਂਡਿੰਗ ਆਰਡਰ ਕਹਿੰਦੇ ਹਾਂ। ਸੋ ਉਹਦੇ ਲਈ ਸੌਰਟ ਕਰਨ ਦੇ ਲਈ ਸਾਡੇ ਕੋਲ ਕਮਾਂਡ ਹੁੰਦੀ ਹੈ ਸੌਰਟ। ਤੁਸੀਂ ਵਰਡ ਦੇ ਵਿੱਚ, ਐਕਸਲ ਦੇ ਵਿੱਚ, ਡਾਟਾਬੇਸ ਦੇ ਵਿੱਚ ਇਸ ਕਮਾਂਡਾਂ ਦੀ ਵਰਤੋਂ ਤੁਸੀਂ ਕਰ ਸਕਦੇ ਹੋ। ਸੌਰਟ ਇੰਡੈਕਸ ਨਾਂ ਦੀ ਕਮਾਂਡ ਹੁੰਦੀ ਹੈ ਸਾਡੇ ਕੋਲ ਡਾਟਾਬੇਸ ਦੇ ਵਿੱਚ। ਪਰ ਇੱਥੇ ਜਿਹੜੀ ਆਪਸ਼ਨ A ਹੈ, ਬਰਾਊਜ਼ਰ ਲਿਖਿਆ ਹੋਇਆ ਹੈ। ਬਰਾਊਜ਼ਰ ਦਾ ਮਤਲਬ ਤਾਂ ਸਾਨੂੰ ਪਤਾ ਹੈ ਕਿ ਵੈਬਸਾਈਟ ਖੋਲ੍ਹਣ ਦੇ ਲਈ ਜਿਹੜਾ ਪ੍ਰੋਗਰਾਮ ਯੂਜ਼ ਕਰਦੇ ਹਾਂ ਉਹਨੂੰ ਅਸੀਂ ਵੈਬ ਬਰਾਊਜ਼ਰ ਕਹਿੰਦੇ ਹਾਂ। ਅਤੇ ਸਾਡੇ ਕੋਲ ਬਰਾਊਜ਼ਰ ਕਈ ਨੇ, ਜਿਵੇਂ ਐਜ ਹੈ,
ਇੰਟਰਨੈਟ ਐਕਸਪਲੋਰਰ ਹੈ, ਸਾਡੇ ਕੋਲ ਗੂਗਲ ਕਰੋਮ ਹੈ, ਸਾਡੇ ਕੋਲ ਜਿਹੜਾ ਮੋਜ਼ੀਲਾ ਫਾਇਰਫੌਕਸ ਹੈ, ਸਾਰੇ ਬਰਾਊਜ਼ਰ ਨੇ। ਲੋਕੇਟ ਦਾ ਮਤਲਬ ਹੁੰਦਾ ਲੱਭਣਾ ਕਿਸੇ ਚੀਜ਼ ਨੂੰ, ਸੋ ਦਾ ਵੀ ਕੋਈ ਸੌਰਟਿੰਗ ਦੇ ਨਾਲ ਸੰਬੰਧ ਨਹੀਂ ਹੈ, ਇੰਡੈਕਸ ਫਰੇਮ ਦਾ ਵੀ ਕੋਈ ਸੰਬੰਧ ਨਹੀਂ ਹੈ। ਸੋ ਆਨਸਰ ਇਜ਼ ਸੀ, ਸੌਰਟ। ਵਾਟ ਇਜ਼ 2's ਕੰਪਲੀਮੈਂਟ ਆਫ 10011? ਸਾਡੇ ਕੋਲ ਦੋ ਤਰ੍ਹਾਂ ਦੇ ਕੰਪਲੀਮੈਂਟ ਹੁੰਦੇ ਨੇ। ਤੁਸੀਂ ਦੇਖਿਆ ਹੋਣਾ ਹੈ ਕਿ ਕੰਪਲੀਮੈਂਟਸ ਦੀ ਵਰਤੋਂ ਕਰਕੇ ਕੰਪਿਊਟਰ ਬੜੇ ਅਹਿਮ ਕੰਮ ਕਰਦਾ ਹੈ। ਪਹਿਲਾ ਸਾਡੇ ਕੋਲ ਹੁੰਦਾ ਹੈ 1's ਕੰਪਲੀਮੈਂਟ, ਦੂਸਰਾ ਸਾਡੇ ਕੋਲ ਹੁੰਦਾ ਹੈ 2's ਕੰਪਲੀਮੈਂਟ। ਕੰਪਿਊਟਰ ਦੇ ਵਿੱਚ ਬਾਈਨਰੀ ਦੇ ਅੰਕਾਂ ਨੂੰ ਜੇ ਤੁਸੀਂ ਘਟਾਓ ਕਰਨਾ ਹੋਵੇ ਤਾਂ ਘਟਾਓ ਕਰਨ ਲਈ ਜਿਹੜਾ ਸਬਸਟਰੈਕਟਰ ਹੁੰਦਾ ਹੈ, ਸਬਸਟਰੈਕਟਰ, ਉਹਦੀ ਵਰਤੋਂ ਕੰਪਿਊਟਰ ਨਹੀਂ ਕਰਦਾ। ਕਦੇ ਵੀ ਕੰਪਿਊਟਰ ਘਟਾਓ ਸਿੱਧੀ ਨਹੀਂ ਕਰਦਾ। ਘਟਾਓ ਕਰਨ ਦੇ ਲਈ ਵੀ ਉਹ 1's ਕੰਪਲੀਮੈਂਟ ਜਾਂ 2 ਕੰਪਲੀਮੈਂਟ ਕਰਕੇ ਉਸ ਤੋਂ ਬਾਅਦ ਜੋੜ ਕਰਦਾ। ਜਵਾਬ ਜਿਹੜਾ ਹੈ ਉਹ ਸਹੀ ਸਬਸਟ੍ਰੈਕਸ਼ਨ ਵਾਲਾ ਆ ਜਾਂਦਾ ਹੈ। ਸੋ 1's ਕੰਪਲੀਮੈਂਟ ਦੇ ਵਿੱਚ ਤਾਂ ਅਸੀਂ ਸਿੰਪਲੀ ਉਸ ਰਕਮ ਨੂੰ ਉਲਟਾ ਦਿੰਦੇ ਹੁੰਦੇ ਹਾਂ, ਰਕਮ ਨੂੰ ਉਲਟਾ ਦਿੰਦੇ ਹਾਂ, ਉਲਟਾ ਕਰ ਦਿੱਤਾ। ਮਤਲਬ ਜਿੱਥੇ 0 ਸੀਗਾ ਉਹਦੀ ਥਾਂ 'ਤੇ ਅਸੀਂ 1 ਲਿਖਤਾ, 1 ਦੀ ਥਾਂ 'ਤੇ ਅਸੀਂ 0 ਲਿਖ ਦਿੱਤਾ। 2's ਕੰਪਲੀਮੈਂਟ ਦੇ ਵਿੱਚ ਕੀ ਕਰਦੇ ਆ ਕਿ ਉਲਟਾ ਕਰਕੇ ਉਸ ਤੋਂ ਬਾਅਦ ਉਹਦੇ ਵਿੱਚ 1 ਜੋੜ ਵੀ ਦਿੰਦੇ ਆ। ਸੋ ਇਸ ਸਥਿਤੀ ਦੇ ਵਿੱਚ ਅਸੀਂ ਪਹਿਲਾਂ ਇਹਦਾ ਉਲਟਾ ਕਰਾਂਗੇ, ਯਾਨੀ ਕਿ 1's ਕੰਪਲੀਮੈਂਟ ਕੱਢਾਂਗੇ। ਇਹਦਾ ਜਿਹੜਾ 1's ਕੰਪਲੀਮੈਂਟ ਹੋਏਗਾ ਉਹ ਦੋਸਤੋ ਧਿਆਨ 'ਚ ਰੱਖੋ, 1 ਦੀ ਥਾਂ 'ਤੇ ਮੈਂ 0 ਲਿਖ ਲਿਆ, 0 ਦੀ ਥਾਂ 'ਤੇ 1, 0 ਦੀ ਥਾਂ 'ਤੇ 1, ਫਿਰ 1 ਦੀ ਥਾਂ 'ਤੇ 0, 1 ਦੀ ਥਾਂ 'ਤੇ 0। ਹੁਣ 2's ਕੰਪਲੀਮੈਂਟ ਕੱਢਣ ਦੇ ਲਈ ਮੈਂ ਇਹਦੇ ਵਿੱਚ ਐਡ ਕਰ ਲੈਣਾ 1 ਨੂੰ ਐਡ ਕੀਤਾ, ਇੱਥੇ 1 ਬਣ ਗਿਆ, 0 1 1 0। ਸੋ ਆਨਸਰ ਤੁਸੀਂ ਦੇਖੋ 1 1 0 1। ਸੋ ਸਾਡੇ ਕੋਲੇ ਸੀ ਆਨਸਰ ਕਰੈਕਟ ਆਨਸਰ ਹੈ। ਸੋ 1's ਕੰਪਲੀਮੈਂਟ ਅਤੇ 2's ਕੰਪਲੀਮੈਂਟ ਦੇ ਵਿੱਚ ਕਦੇ ਵੀ ਗਲਤੀ ਨਹੀਂ ਕਰਨੀ। ਸਵਾਲ ਇੱਥੋਂ ਆ ਸਕਦਾ ਹੈ। ਸਵਾਲ ਨੰਬਰ 8, A field that uniquely identifies a record is called। ਕਹਿੰਦੇ ਕਿ ਉਹ ਫੀਲਡ ਜਿਹੜੀ ਯੂਨੀਕਲੀ ਯਾਨੀ ਕਿ ਵਿਲੱਖਣ ਪਛਾਣ ਕਰਵਾਉਂਦੀ ਹੈ ਰਿਕਾਰਡ ਦੀ, ਉਸ ਨੂੰ ਅਸੀਂ ਕੀ ਕਹਿੰਦੇ ਹਾਂ ਦੋਸਤੋ? ਉਹਦੇ ਲਈ ਯਾਦ ਰੱਖਣਾ ਕੀ ਫੀਲਡ, ਇਸ ਨੂੰ ਅਸੀਂ ਕਹਿੰਦੇ ਹਾਂ। ਸੋ ਕੀ ਫੀਲਡ ਦੀ ਮਦਦ ਨਾਲ ਅਸੀਂ ਯੂਨੀਕਲੀ ਜਿਹੜਾ ਯਾਨੀ ਕਿ ਇੱਕ ਵਿਲੱਖਣ ਪਛਾਣ ਕਰ ਸਕਦੇ ਹਾਂ ਦੋ ਤਰ੍ਹਾਂ ਦੇ ਰਿਕਾਰਡਸ ਦੀ, ਦੋ ਤਰ੍ਹਾਂ ਦੇ ਡਾਟਾਬੇਸ ਨੂੰ, ਦੋ ਤਰ੍ਹਾਂ ਦੇ ਟੇਬਲਸ ਨੂੰ ਆਪਸ ਵਿੱਚ ਮਿਲਾਉਣ ਦੇ ਲਈ। ਸੋ ਇੱਥੇ ਬਾਕੀ ਜਿਹੜੇ ਆਪਸ਼ਨ ਨੇ ਜਿਵੇਂ ਕਿ ਹੈਡਰ ਹੈ ਜਾਂ ਬਾਕੀ ਆਪਸ਼ਨਸ ਨੇ, ਉਹਨਾਂ ਦਾ ਇਹਦੇ ਨਾਲ ਕੋਈ ਤਾਲੁਕਾਤ ਨਹੀਂ ਹੈ। ਚੱਲਦੇ ਹਾਂ ਸੈਕਿੰਡ ਲਾਸਟ ਕੁਐਸਚਨ ਵੱਲ, ਵਿਚ ਇਜ਼ ਕਾਲਡ ਡਿਜੀਟਲ ਸਰਕਟ ਔਰ ਬਿਲਡਿੰਗ ਬਲਾਕ। ਕਹਿੰਦੇ ਨੇ ਇਹਨਾਂ ਦੇ ਵਿੱਚੋਂ ਕਿਹਨੂੰ ਡਿਜੀਟਲ ਸਰਕਟ ਕਹਿੰਦੇ ਆ ਜਾਂ ਬਿਲਡਿੰਗ ਬਲਾਕ ਕਹਿੰਦੇ ਆ। ਸੋ ਉਹਦੇ ਲਈ ਤੁਹਾਨੂੰ ਜਿਹੜਾ ਹੈ ਬਿਲਕੁਲ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜੇ ਗੇਟਸ ਯੂਜ਼ ਕੀਤੇ ਜਾਂਦੇ ਨੇ ਕੰਪਿਊਟਰ ਦੇ ਵਿੱਚ, ਲੌਜਿਕ ਗੇਟ ਵੀ ਜਿਹਨੂੰ ਕਹਿੰਦੇ ਆ, ਉਹ ਡਿਜੀਟਲ ਸਰਕਟ ਹੁੰਦੇ ਨੇ। ਮੂਲ ਰੂਪ ਦੇ ਵਿੱਚ ਸਾਡੇ ਕੋਲ ਇੱਕ ਤਾਂ ਔਰ ਗੇਟ ਹੁੰਦਾ ਹੈ, ਇਹ ਵਾਲਾ ਔਰ ਗੇਟ, ਇੱਕ ਆਊਟਪੁੱਟ, 2 ਇਨਪੁੱਟ ਔਰ ਗੇਟ। ਦੂਸਰਾ ਸਾਡੇ ਕੋਲ ਐਂਡ ਗੇਟ ਹੁੰਦਾ ਹੈ ਇਸ ਤਰ੍ਹਾਂ ਦਾ, ਐਂਡ ਗੇਟ ਦੇ ਵਿੱਚ ਵੀ ਇੱਕ ਆਊਟਪੁੱਟ, 2 ਇਨਪੁੱਟ। ਔਰ ਜੇ ਨੌਰ ਗੇਟ ਬਣਾਉਣਾ ਹੋਵੇ ਤਾਂ ਇੱਥੇ ਅਸੀਂ ਬੱਬਲ ਲਗਾ ਦਿੰਦੇ ਹਾਂ, ਔਰ ਜੇ ਐਂਡ ਤੋਂ ਨੈਂਡ ਬਣਾਉਣਾ ਹੋਵੇ ਤਾਂ ਇੱਥੇ ਅਸੀਂ ਬੱਬਲ ਲਗਾ ਦਿੰਦੇ ਹਾਂ, ਜਾਂ ਜਿਹਨੂੰ ਅਸੀਂ ਨੋਟ ਗੇਟ ਵੀ ਕਹਿੰਦੇ ਹਾਂ। ਨੋਟ ਗੇਟ ਇੱਕ ਇਨਵਰਟਰ ਦਾ ਕੰਮ ਕਰਦਾ ਹੈ, ਇਸ ਤਰ੍ਹਾਂ ਟ੍ਰਾਇੰਗੂਲਰ ਸ਼ੇਪ ਦੇ ਵਿੱਚ ਹੈ, ਇੱਕ ਹੀ ਇਨਪੁੱਟ ਹੈ, ਇੱਕ ਹੀ ਆਊਟਪੁੱਟ ਹੁੰਦੀ ਨੋਟ ਗੇਟ ਦੀ। ਸੋ ਦੂਜੇ ਪਾਸੇ ਆਪਾਂ ਸਮਝੀਏ ਤਾਂ ਔਰ ਗੇਟ ਦੇ ਨਾਲ ਪਲੱਸ ਕਰ ਦਈਏ ਨੋਟ ਗੇਟ ਨੂੰ ਤਾਂ ਸਾਡੇ ਕੋਲ ਬਣ ਜਾਂਦਾ ਹੈ ਨੌਰ ਗੇਟ, ਔਰ ਐਂਡ ਗੇਟ ਦੇ ਅਗਲੇ ਪਾਸੇ ਨੋਟ ਗੇਟ ਲਗਾ ਦਈਏ ਤਾਂ ਬਣ ਜਾਂਦਾ ਸਾਡੇ ਕੋਲ ਨੈਂਡ ਗੇਟ। ਇਸੇ ਤਰ੍ਹਾਂ ਸਾਡੇ ਕੋਲ ਐਕਸਕਲੂਸਿਵ ਔਰ ਗੇਟ ਹੁੰਦਾ ਹੈ, ਔਰ ਗੇਟ ਦੇ ਅਗਲੇ ਪਾਸੇ ਇੱਕ ਅਸੀਂ ਹੋਰ ਗੁਲਾਈ ਪਾ ਦਿੱਤੀ ਤਾਂ 2 ਸਾਡੇ ਕੋਲ ਇਨਪੁੱਟ, ਇੱਕ ਆਊਟਪੁੱਟ। ਇਹ ਐਕਸਕਲੂਸਿਵ ਯਾਨੀ ਕਿ ਐਕਸ ਔਰ ਗੇਟ ਹੈ। ਸੋ ਇਹ ਵੀ ਯਾਦ ਰੱਖਣਾ। ਸੋ ਗੇਟ ਸਾਡੇ ਕੋਲ ਡਿਜੀਟਲ ਸਰਕਟ ਹੁੰਦੇ ਨੇ, ਵਾਲ ਦਾ ਕੋਈ ਸੰਬੰਧ ਨਹੀਂ ਹੈ ਕੰਪਿਊਟਰ ਦੇ ਨਾਲ। ਬਸ ਸ਼ਬਦ ਜਿਹੜਾ ਹੈ 2 ਚੀਜ਼ਾਂ ਤੋਂ ਲਿਆ ਜਾ ਸਕਦਾ ਹੈ। ਇੱਕ ਤਾਂ ਸਾਡੇ ਕੋਲ ਬਸ ਟੋਪੋਲੋਜੀ ਹੁੰਦੀ ਹੈ, ਟੋਪੋਲੋਜੀ। ਸੋ ਤੁਸੀਂ ਦੇਖਦੇ ਹੋ ਕਿ ਇਸ ਤਰ੍ਹਾਂ ਇੱਕ ਤਾਰ ਹੈ, ਉਹਦੇ ਨਾਲ ਤੁਸੀਂ ਕੰਪਿਊਟਰ ਖੱਬੇ ਸੱਜੇ ਉੱਪਰ ਥੱਲੇ ਤੁਸੀਂ ਜੋੜ ਸਕਦੇ ਹੋ। ਸੋ ਇਹ ਇੱਕ ਟੋਪੋਲੋਜੀ ਨਮੂਨਾ ਹੈ, ਡਿਜ਼ਾਈਨ ਹੈ ਕੰਪਿਊਟਰਾਂ ਨੂੰ ਜੋੜਨ ਦਾ।
ਸੋ ਇੱਕ ਤਾਂ ਬੱਸ ਟੋਪੋਲੋਜੀ ਹੋ ਗਈ, ਦੂਸਰਾ ਸਾਡੇ ਕੋਲ ਜਿਹੜੇ ਕੰਪਿਊਟਰ ਦੇ ਮਦਰਬੋਰਡ ਦੇ ਵਿੱਚ ਜਿਹੜੀਆਂ ਤਾਰਾਂ ਡਾਟੇ ਨੂੰ ਲਿਜਾਣ ਦੇ ਲਈ ਯੂਜ਼ ਕੀਤੀਆਂ ਜਾਂਦੀਆਂ ਨੇ, ਇੱਕ ਰਿਬਨ ਦੀ ਫਾਰਮ ਦੇ ਵਿੱਚ ਤਾਰਾਂ ਆਉਂਦੀਆਂ ਨੇ, ਉਹਨਾਂ ਨੂੰ ਵੀ ਅਸੀਂ ਬੱਸ ਕਹਿੰਦੇ ਹਾਂ। ਸੋ ਯਾਦ ਰੱਖਣਾ, ਬੱਸ ਦਾ ਕੰਪਿਊਟਰ ਨਾਲ ਦੋ ਤਰੀਕਿਆਂ ਦੇ ਨਾਲ ਸੰਬੰਧ ਹੈ, ਇੱਕ ਟੋਪੋਲੋਜੀ, ਦੂਸਰਾ ਤਾਰਾਂ। ਸੋ ਬਾਈਨਰੀ ਵੀ ਸੰਬੰਧਿਤ ਨਹੀਂ ਹੈ ਡਿਜੀਟਲ ਸਰਕਟ ਦੇ ਨਾਲ। ਬਾਈਨਰੀ ਦਾ ਇੱਕ ਨੰਬਰ ਸਿਸਟਮ ਹੈ ਜਿਹੜਾ ਕੰਪਿਊਟਰ ਦੇ ਵਿੱਚ ਯੂਜ਼ ਹੁੰਦਾ ਹੈ। ਲਓ ਚੱਲਦੇ ਹਾਂ ਅਖੀਰਲੇ ਸਵਾਲ ਵੱਲ। ਸਵਾਲ ਨੰਬਰ 10, ਵਿਚ ਆਫ ਦਾ ਫੋਲੋਇੰਗਸ ਆਰ ਟਰੂ ਸਟੇਟਮੈਂਟਸ ਅਬਾਊਟ ਦਾ ਮੋਡਮ। ਸੋ ਮੋਡਮ ਦੇ ਨਾਲ ਸੰਬੰਧਿਤ ਕਿਹੜੀ ਸਟੇਟਮੈਂਟ ਇਹਨਾਂ ਦੇ ਵਿੱਚੋਂ ਸਹੀ ਹੈ? ਮੋਡਮ ਦੇ ਬਾਰੇ ਅਸੀਂ ਜਾਣਦੇ ਹਾਂ, ਜਿਹਨੂੰ ਅਸੀਂ MO ਫਿਰ D ਵੱਡਾ EM, ਮੋਡਮ, ਜਿਹਦਾ ਪੂਰਾ ਨਾਮ ਹੈ ਮੋਡੂਲੇਟਰ ਡੀਮੋਡੂਲੇਟਰ। ਸਾਨੂੰ ਪਤਾ ਹੈ ਕਿ ਟੈਲੀਫੋਨ ਐਕਸਚੇਂਜ ਐਨਾਲੌਗ ਸਿਗਨਲ ਦੇ ਉੱਤੇ ਕੰਮ ਕਰਦੀ ਹੈ, ਪਰ ਸਾਡਾ ਕੰਪਿਊਟਰ ਡਿਜੀਟਲ ਸਿਗਨਲ ਦੇ ਉੱਤੇ ਕੰਮ ਕਰਦਾ ਹੈ। ਦੋਨਾਂ ਨੂੰ ਆਪਸ ਵਿੱਚ ਰਲਾਉਣ ਦੇ ਲਈ ਜਾਂ ਕਨਵਰਟ ਕਰਨ ਦੇ ਲਈ ਐਨਾਲੌਗ ਨੂੰ ਡਿਜੀਟਲ ਦੇ ਵਿੱਚ ਅਤੇ ਡਿਜੀਟਲ ਨੂੰ ਐਨਾਲੌਗ ਦੇ ਵਿੱਚ ਅਸੀਂ ਮੋਡਮ ਦੀ ਵਰਤੋਂ ਕਰਦੇ ਹਾਂ। ਸੋ ਦੇਖਦੇ ਹਾਂ ਹੁਣ ਆਪਸ਼ਨ ਕਿਹੜੀ ਕਰੈਕਟ ਹੈ। ਇਹ ਆਪਸ਼ਨ ਇਜ਼ ਮੋਡਮ ਯੂਜ਼ ਦਾ ਟੈਲੀਫੋਨ ਲਾਈਨਸ, ਬਿਲਕੁਲ ਸਹੀ ਹੈ, ਪਰ ਅੱਗੇ ਵੀ ਅਸੀਂ ਪੜ੍ਹ ਲੈਂਦੇ ਹਾਂ। B is modem stands for modulator demodulator, ਬਿਲਕੁਲ ਠੀਕ ਹੈ। MO ਦਾ ਮਤਲਬ ਮੋਡੂਲੇਟਰ, DEM ਦਾ ਮਤਲਬ ਡੀਮੋਡੂਲੇਟਰ। ਸੋ ਦੋਨੋਂ ਆਨਸਰ ਠੀਕ ਨੇ। ਇਹਦਾ ਮਤਲਬ C ਆਪਸ਼ਨ ਇਜ਼ ਕਰੈਕਟ ਆਪਸ਼ਨ। A and B both are correct। ਸੋ ਆਖੀਰ ਦੇ ਵਿੱਚ ਅਸੀਂ ਤੁਹਾਡੇ ਲਈ ਸਵਾਲ ਪੇਸ਼ ਕਰਦੇ ਹਾਂ। ਅੱਜ ਦਾ ਤੁਹਾਡਾ ਸਵਾਲ ਹੈ BCD ਇਕੁਅਲੈਂਟ ਆਫ ਡੈਸੀਮਲ ਨੰਬਰ ਸਿਸਟਮ। ਸੋ ਡੈਸੀਮਲ ਨੰਬਰ 93 ਹੈ ਤੁਹਾਡੇ ਕੋਲ, ਤੁਸੀਂ ਇਹਨੂੰ BCD ਕੋਡ ਦੇ ਵਿੱਚ ਬਦਲਣਾ ਹੈ। ਉੱਪਰ ਸਵਾਲ ਆਇਆ ਸੀ, ਤੁਸੀਂ ਹਰੇਕ ਡਿਜਿਟ ਦੀ 4-4 ਦਾ ਗਰੁੱਪ ਬਣਾ ਕੇ ਬਾਈਨਰੀ ਦੇ ਵਿੱਚ ਲਿਖ ਦੇਣਾ ਅਤੇ ਉਹਦਾ ਆਪਣੇ ਆਪ ਹੀ BCD ਇਕੁਅਲੈਂਟ ਹੋ ਜਾਏਗਾ। ਜਵਾਬ ਕਮੈਂਟ ਬਾਕਸ ਦੇ ਵਿੱਚ ਲਿਖਣਾ ਹੈ। ਵੀਡੀਓ ਕਿਸ ਤਰ੍ਹਾਂ ਲੱਗੀ ਉਹਦੇ ਬਾਰੇ ਵੀ ਕਮੈਂਟ ਬਾਕਸ ਦੇ ਵਿੱਚ ਜਾਣਕਾਰੀ ਦੇਣੀ ਹੈ। ਦੋਸਤੋ, ਜੇ ਤੁਸੀਂ ਇਸ ਚੈਨਲ ਦੇ ਉੱਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲੋ। ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ। ਅਗਲੀ ਵਾਰੀ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਦੋਸਤੋ, ਇੱਕ ਨਵੀਂ ਵੀਡੀਓ, ਮਹੱਤਵਪੂਰਨ ਵੀਡੀਓ, ਜਿਹੜੀ ਕਿ 2016 ਦੇ ਵਿੱਚ ਪਟਵਾਰੀ ਦਾ ਐਗਜ਼ਾਮ ਹੋਇਆ ਸੀ। ਉਹਦੇ ਵਿੱਚ ਜਿਹੜੇ 15 ਸਵਾਲ ਆਏ ਸੀ ਉਹਨਾਂ ਨੂੰ ਸੋਲਵ ਕਰਕੇ ਦਿਖਾਵਾਂਗਾ। ਔਰ ਕੁਝ ਸਵਾਲ ਜਿਹੜੇ ਤੁਸੀਂ ਟੈਲੀਗ੍ਰਾਮ ਗਰੁੱਪ ਦੇ ਉੱਤੇ ਲਗਾਤਾਰ ਮੇਰੇ ਤੋਂ ਪੁੱਛਦੇ ਰਹਿੰਦੇ ਹੋ, ਜ਼ਿਆਦਾਤਰ ਸਵਾਲ ਐਕਸਲ ਨਾਲ ਸੰਬੰਧਿਤ ਹੁੰਦੇ ਨੇ, ਉਹਨਾਂ ਨੂੰ ਵੀ ਐਕਸਪਲੇਨ ਕਰਕੇ ਤੁਹਾਨੂੰ ਦਿਖਾਵਾਂਗਾ। ਫਿਲਹਾਲ ਉਹ ਵਿਦਿਆਰਥੀ ਜਿਨ੍ਹਾਂ ਨੇ ਹਾਰਡ ਕਾਪੀ ਨੋਟਸਾਂ ਦੀ ਨਹੀਂ ਖਰੀਦੀ, ਉਹਨਾਂ ਦੇ ਲਈ ਖੁਸ਼ਖਬਰੀ ਹੈ ਕਿ ਡਿਜੀਟਲ ਵਰਜ਼ਨ ਉਹਨਾਂ ਦਾ ਫਲਿੱਪ ਬੁੱਕ ਦੇ ਰੂਪ ਦੇ ਵਿੱਚ ਮੈਂ ਪਾ ਰਿਹਾ। ਉਹ ਬਹੁਤ ਹੀ ਥੋੜ੍ਹੀ ਕੀਮਤ ਦੇ ਵਿੱਚ ਤੁਹਾਨੂੰ ਘਰ ਬੈਠਿਆਂ ਫਲਿੱਪ ਬੁੱਕ ਡਾਊਨਲੋਡ ਕਰਨ ਦੇ ਲਈ ਮਿਲ ਜਾਏਗੀ, ਜਿਹਦਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦਾਂਗਾ। ਟੈਲੀਗ੍ਰਾਮ ਗਰੁੱਪ ਦੇ ਉੱਤੇ ਵੀ ਉਹਦਾ ਲਿੰਕ ਦੇ ਦਾਂਗਾ। ਅਗਲੀ ਵਾਰੀ ਤੱਕ ਲਈ ਦਿਓ ਇਜਾਜ਼ਤ। ਨਮਸਕਾਰ।